डेली पोस्ट पंजाबी ਦੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਪਹਿਲਾਂ ਕੋਰੋਨਾ ਤੋਂ ਬਚਣ ਦੇ ਵਾਸਤੇ ਕਈ तमाम एहतियातां ਕਰੀਆਂ ਤਾਂ ਹੁਣ ਜ਼ਰੂਰਤ ਹੈ ਗਰਮੀ ਤੋਂ, ਕਿਉਂਕਿ ਗਰਮੀ ਲਗਾਤਾਰ ਵੱਧ ਰਹੀ ਹੈ। ਗਰਮੀ ਜਿਸ ਤਰ੍ਹਾਂ ਦੇ ਨਾਲ ਟੈਂਪਰੇਚਰ 45 ਡਿਗਰੀ ਜਾਂ ਉਸ ਤੋਂ ਵੀ ਵਧਣ ਦੇ ਜਿਹੜੇ ਅਨੁਮਾਨ ਨੇ ਉਹ ਲਾਤੇ ਨੇ ਮੌਸਮ ਵਿਗਿਆਨੀਆਂ ਨੇ, ਤਾਂ ਹੁਣ ਕੀ ਕੁਝ ਇਹਤਿਆਤਾਂ ਰੱਖਣੀਆਂ ਪੈਣਗੀਆਂ। ਅਸੀਂ ਤੁਹਾਨੂੰ ਸਿੱਧੀ ਜਿਹੀ ਇਹਤਿਆਤ ਇਹ ਦਿਖਾਉਣ ਜਾ ਰਹੇ ਹਾਂ ਕਿ ਆਖਿਰਕਾਰ ਆਮ ਦਿਨਚਰਿਆ ਦੇ ਵਿੱਚ ਹੁੰਦਾ ਕੀ ਹੈ। ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਕਿਸੇ ਕੰਮਕਾਜ ਤੇ ਗਏ ਹੁੰਦੇ ਹਾਂ, ਦਫ਼ਤਰ ਤੇ ਗਏ ਹੁੰਦੇ ਹਾਂ, ਤਾਂ ਕੀ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਕਾਰਾਂ ਨੇ, ਇਹ ਖਾਸ ਕਰ ਉਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਜਿਨ੍ਹਾਂ ਕੋਲ ਕਾਰਾਂ ਹੈਗੀਆਂ ਨੇ, ਤੇ ਜਾਂ ਫਿਰ ਜੋ ਲੋਕ ਦਫ਼ਤਰ ਦੇ ਵਿੱਚੋਂ ਨਿਕਲ ਕੇ ਕਿਸੇ ਠੰਡੀ ਥਾਂ ਤੇ ਜਾਣਾ ਚਾਹੁੰਦੇ ਨੇਗੇ, ਜਾਂ ਫਿਰ ਗੱਲ ਕੀਤੀ ਜਾਵੇ ਕਿ ਇਹ ਤੁਹਾਡਾ ਇੱਕ ਸਿਸਟਮ ਬਣ ਚੁੱਕਿਆ ਹੈਗਾ। ਆਮ ਤੌਰ ਤੇ ਹੁੰਦਾ ਕੀ ਹੈ ਕਿ ਜਦੋਂ ਗਰਮੀ ਤੋਂ ਅਸੀਂ ਬਾਹਰ ਆਉਂਦੇ ਹਾਂ ਜਾਂ ਫਿਰ ਆਮ ਕਿਸੇ ਧੁੱਪ ਵਾਲੀ ਥਾਂ ਤੇ ਜਿਵੇਂ ਕਿ ਹੁਣ ਖੜੇ ਹਾਂ, ਉਸ ਤੋਂ ਬਾਅਦ ਲੋਕ ਕੀ ਕਰਦੇ ਨੇ ਕਿ ਸਿੱਧਾ ਆਪਦੀ ਕਾਰ ਖੋਲ੍ਹਦੇ ਨੇ। ਕਾਰ ਖੋਲ੍ਹ ਕੇ ਜਦੋਂ ਉਸ ਕਾਰ ਸਟਾਰਟ ਕਰਨ ਦੇ ਨਾਲ ਹੀ ਏਸੀ ਦਾ ਬਟਨ ਦਬਦੇ ਨੇ। ਹੁੰਦਾ ਇਹ ਹੈ ਕਿ ਆਖਿਰਕਾਰ ਅਸੀਂ ਇਸ ਗਰਮੀ ਤੋਂ ਰਾਹਤ ਪਾ ਲਈਏ ਜਿਹੜੀ ਕਿ ਲਗਾਤਾਰ ਤਪਸ਼ ਵਧੀ ਹੋਈ ਹੈ, ਪਰ ਉਹਦਾ ਨੁਕਸਾਨ ਕੀ ਕੁਝ ਹੈ, ਕਿੱਡਾ ਵੱਡਾ ਨੁਕਸਾਨ ਇਸ ਚੀਜ਼ ਦਾ ਹੁੰਦਾ ਹੈ। ਡਾਕਟਰ ਰਵਿੰਦਰ ਨੇ ਉਹਨਾਂ ਨੇ ਰਿਸਰਚ ਕੀਤੀ ਹੈ ਇਸ ਪੂਰੇ ਮਸਲੇ ਤੇ ਕਿ ਆਖਿਰਕਾਰ ਕਿੰਨਾ ਜ਼ਿਆਦਾ ਖਤਰਾ ਹੋ ਸਕਦਾ ਤੁਹਾਨੂੰ, ਕਿਉਂਕਿ ਕਿਹੜੇ ਮਰੀਜ਼ਾਂ ਨੂੰ ਖਤਰਾ ਹੋ ਸਕਦਾ। ਇਹ तमाम ਜਾਣਕਾਰੀ ਉਹਨਾਂ ਤੋਂ ਲਵਾਂਗੇ, ਕਿਉਂਕਿ ਇਹ ਚੀਜ਼ ਹਰ ਕਿਸੇ ਦੇ ਨਾਲ ਜੁੜੀ ਹੈ। ਹੋ ਸਕਦਾ ਕਾਰ ਅੱਜ ਕੱਲ੍ਹ ਇੱਕ ਆਮ ਸਾਧਨ ਬਣ ਚੁੱਕਿਆ ਹੈ ਕਿਤੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਵਾਸਤੇ, ਤੇ ਆਮ ਦਿਨਚਰਿਆ ਦੇ ਵਿੱਚ ਦੇਖਿਆ ਜਾਂਦਾ। ਇਹੀ ਚੀਜ਼ ਕਿੰਨੀ ਜ਼ਿਆਦਾ ਤੁਹਾਡੇ ਵਾਸਤੇ ਹਾਰਮਫੁਲ ਹੋ ਸਕਦੀ ਹੈ। ਡਾਕਟਰ ਰਵਿੰਦਰ ਨੇ, ਡਾਕਟਰ ਸਾਹਿਬ ਦੇਖਿਆ ਜਾਵੇ ਆਮ ਤੌਰ ਤੇ ਹੁੰਦਾ ਇਹੀ ਹੈ, ਅਸੀਂ ਬਾਹਰੋਂ ਆਉਂਦੇ ਹਾਂ ਜਾਂ ਧੁੱਪੋਂ ਆਉਂਦੇ ਹਾਂ, ਸਿੱਧਾ ਗੱਡੀ ਖੋਲੀ, ਏਸੀ ਦਾ ਬਟਨ ਪਹਿਲਾਂ ਦਬਦੇ ਹਾਂ ਸਟਾਰਟ ਕਰਨ ਸਾਰ ਕਿ ਸਾਨੂੰ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜੇ। ਪਰ ਇਹ ਕਿਹੜੇ ਮਰੀਜ਼ਾਂ ਵਾਸਤੇ ਤੇ ਕਿਹੜੇ ਜਿਹੜੀਆਂ ਸਾਵਧਾਨੀਆਂ ਨੇ ਕਿਉਂ ਰੱਖਣੀ ਜ਼ਰੂਰੀ ਹੈ ਤੇ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਗੱਡੀ ਦੇ ਵਿੱਚ ਜਾਣ ਲਈ। देखिए आपने बहुत अच्छा सवाल किया है कि पहली बात ये कि ये हीट वेव का सीजन चल रहा है। हीट वेव हम तब कहते हैं जब टेम्परेचर नॉर्मल से 5 डिग्री ज़्यादा हो और आने वाले कुछ दिन ठहरे, तो उसको हम हीट वेव डिफाइन करते हैं। और टेम्परेचर इस समय अगर हमारे नॉर्थ इंडिया की बात करें तो रफली 40+ डिग्री है, और जैसे कल हमने देखा कि कुछ जगह पर 50 और 48 डिग्री पहुंचा। तो ये जो एक्सट्रीम टेम्परेचर होता है ये हमारे जो बॉडी है उसको अफेक्ट करता है। जैसे इस समय बाहर का तापमान 40 डिग्री है, तो गाड़ी का तापमान जो है हमने वो 70 डिग्री तक देखा। यानी कि जब हम सीधा 40 से 70 में बैठ रहे हैं और सडनली हम एसी को ऑन करते हैं तो हमारी जो बॉडी है उसमें फिजियोलॉजिकल चेंजेस आते हैं। तो अगर हम इन चेंजेस की बात करें वो कैसे अफेक्ट करते हैं, तो वो हमारा ब्लड प्रेशर जो है उसको अफेक्ट कर सकते हैं, या हमारी फिजियोलॉजी जो है वो चेंजेस लाते हैं। तो हमें हीट सेंसेशन शुरू हो सकती है, डिहाइड्रेशन शुरू हो सकता है, हीट स्ट्रोक शुरू हो सकता है, क्रैम्प शुरू हो सकते हैं, यानी कि बॉडी में जब मसल होती है उनमें थोड़ा पेन शुरू हो सकता है। तो ये जो है ये हमारे, हम कह सकते हैं कि हीट की वजह से होने वाले जो प्रभाव हैं वो हमें देखने को मिल सकते हैं। ਤੇ ਆਮ ਤੌਰ ਤੇ ਡਾਕਟਰ ਸਾਹਿਬ ਅਸੀਂ ਦੇਖਦੇ ਹਾਂਗੇ ਕਿ ਲੋਕ ਇਹ ਚੀਜ਼ ਸੋਚਣ ਲੱਗ ਜਾਂਦੇ ਨੇ, ਕਿਉਂਕਿ ਪਹਿਲਾਂ ਲੋਕਾਂ ਨੂੰ ਇਹ ਚੀਜ਼ ਪਤਾ ਹੈ ਕਿ ਅਸੀਂ ਕਿਤੇ ਜਿਹਨੂੰ ਦੇਸੀ ਤਰੀਕੇ ਨਾਲ ਕਹੀਏ ਕਿ ਗਰਮ ਸਰਦ ਨਾ ਹੋ ਜਾਈਏ, ਕਿ ਗਰਮੀ ਚੋਂ ਸਰਦੀ 'ਚ ਹੋ ਜਾਈਏ। ਪਰ ਆਮ ਤੌਰ ਤੇ ਲੋਕ ਸੋਚਦੇ ਨੇ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ, ਗੱਡੀ ਖੋਲ੍ਹਦੇ ਨੇ ਵੀ ਮੈਂ ਤਾਂ ਹੋਇਆ ਨਹੀਂ ਬਿਮਾਰ, ਹੋਰ ਕੋਈ ਸ਼ਾਇਦ ਬਿਮਾਰ ਹੋ ਜਾਂਦਾ ਹੋਵੇ, ਕਿਸੇ ਤੇ ਇਫੈਕਟ ਹੁੰਦਾ ਹੋਵੇ। ਕਿ ਲੋੜ ਹਰ ਕਿਸੇ ਨੂੰ ਧਿਆਨ ਰੱਖਣ ਦੀ ਹੈਗੀ ਹੈ। देखिए जैसे ये गर्मी का मौसम है, अगर इसमें सबसे बड़ी बात करें तो इसमें सभी को ध्यान रखने की ज़रूरत है। उसमें चाहे जो लोग बाहर काम कर रहे हैं या लोग जो ऑफिस में भी काम कर रहे हैं, तो दो चीज़ें हैं इसमें। पहली चीज़, जो हीट वेव चल रही है उसमें जो हमारी वनरेबल पॉपुलेशन है, बच्चे हैं, बुजुर्ग हैं, वो दोपहर को बिल्कुल बाहर ना निकलें। जो लोग बाहर काम करते हैं वो छाँव में रहने की कोशिश करें मैक्सिमम। दूसरा क्या है कि जब हम बात करते हैं कि ये जो गाड़ी में हम आए तो गाड़ी का टेम्परेचर काफ़ी ज़्यादा है। तो एक तो आपका अंदर का 65 डिग्री था और आपने 18 पे एसी ऑन किया, तो वो जो एकदम सडन टेम्परेचर चेंजेस हैं वो बॉडी के, हम कह सकते हैं कि फिजियोलॉजिकल चेंजेस लाता है, एंड विच कैन लीड टू सीवियर हेल्थ इफेक्ट आल्सो। तो इस पर भी स्टडी चल रही है, लेकिन ये जो चेंजेस हैं हीट वेव के, दे आर प्रूवन। ਇਹ ਡਾਕਟਰ ਸਾਹਿਬ ਜ਼ਿਆਦਾਤਰ ਜੇ ਦੇਖਿਆ ਜਾਵੇ, ਚਲੋ ਨਾਰਮਲ ਸ਼ਖਸ ਨੂੰ ਹੋ ਸਕਦਾ ਕਿਤੇ ਉਹਨਾਂ ਜ਼ਿਆਦਾ ਅਸਰ ਨਾ ਹੋਵੇ, ਪਰ ਇਤਿਹਾਸ ਚਲੋ ਰੱਖਣਗੇ ਜਿਹੜੇ ਲੋਕ ਸੁਣ ਰਹੇ ਹੈਗੇ ਨੇ। ਜ਼ਿਆਦਾਤਰ ਜੇ ਦੇਖਿਆ ਜਾਵੇ ਜਿਹੜੇ ਪੇਸ਼ੈਂਟ ਨੇ, ਕੋਈ ਸ਼ੂਗਰ ਦਾ, ਕੋਈ BP ਦਾ, ਕੋਈ ਕਿਸੇ ਨੂੰ ਜੇ ਕਹੀਏ ਕਿ ਸਕਿਨ ਦੀ ਪ੍ਰੋਬਲਮ ਹੈਗੀ ਆ, ਸਭ ਤੋਂ ਜ਼ਿਆਦਾ ਇਹਨਾਂ 'ਚੋਂ ਕਿਹੜੇ ਮਰੀਜ਼ਾਂ ਨੂੰ ਧਿਆਨ ਰੱਖਣ ਦੀ ਲੋੜ ਹੈ। देखिए जब मैंने कहा कि आप अपनी फ्लूइड इंटेक बढ़ाइए, यानी कि आपको चाय कॉफ़ी को अवॉइड करना है, लेकिन छाछ, लस्सी या आपका नींबू पानी, इस तरह के ड्रिंक को लेना है। और किस तरह के मरीजों को, जैसे कि जब हम बात करते हैं फ्लूइड इंटेक बढ़ाइए, तो इसमें जो डायबिटीज़ या रिलेटेड डिजीज़ जिनको है, जिनको किडनी की डिजीज़ है या जिनको हार्ट की प्रॉब्लम है, उन्हें अपने डॉक्टर के साथ कंसल्ट करके कि कौन सा ड्रिंक और कितनी मात्रा में उन्हें फ्रिक्वेंटली पीना है वो उसके तरह से करें। ਹਾਂ ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸੋ, ਗੱਡੀ ਦਾ ਤਾਂ ਹੋ ਗਿਆ, ਜਿਵੇਂ ਆਪਾਂ ਕਾਰ ਦਾ ਦੇਖਿਆ, ਬਹੁਤ ਸਾਰੇ ਲੋਕ ਇਹ ਵੀ ਹੁੰਦੇ ਨੇ, ਜਿਵੇਂ ਹੁਣ ਆਪਾਂ ਧੁੱਪੇ ਖੜੇ ਹਾਂ, ਇੱਕੋ ਲਖਤ ਜਾਵਾਂਗੇ ਅੰਦਰ ਰੂਮ ਦੇ ਵਿੱਚ ਤੇ ਉੱਥੇ ਏਸੀ ਪਹਿਲਾਂ ਹੀ ਚੱਲ ਰਿਹਾ ਹੈਗਾ, ਜਿਹੜਾ ਕਿ ਉਹੀ 18-19 ਟੈਂਪਰੇਚਰ ਤੇ ਚੱਲ ਰਿਹਾ, ਬਹੁਤ ਜ਼ਿਆਦਾ ਠੰਡ ਹੈਗੀ ਹੈ। ਇਹ ਵੀ ਕੀ ਸੇਮ ਇਫੈਕਟ ਕਰਦਾ ਹੈਗਾ ਜਦੋਂ ਤੁਸੀਂ ਕਿਸੇ ਬਹੁਤ ਜ਼ਿਆਦਾ ਗਰਮੀ ਤੋਂ ਇੱਕੋ ਲਖਤ ਠੰਡੀ ਜਗ੍ਹਾ ਤੇ ਚਲੇ ਜਾਂਦੇ ਹੋ? ਕਿਉਂਕਿ ਚਲੋ ਕਾਰ ਦਾ ਏਸੀ ਤਾਂ ਫਿਰ ਵੀ ਟਾਈਮ ਲਾਉਂਦਾ ਕੁਛ, ਪਰ ਅੰਦਰ ਰੂਮ ਪਹਿਲਾਂ ਹੀ ਠੰਡੇ ਹੁੰਦੇ ਨੇ ਕਈ ਵਾਰ। देखिए जो
स्टडी है वो यही कह रही है कि आप एक्सट्रीम कोल्ड से एक्सट्रीम हीट में जाने से बचें, क्योंकि ये फिजियोलॉजिकल चेंजेस बॉडी में लाती है और इससे हमारी जो कार्डिक रिदम्स के अलावा और भी हेल्थ इफेक्ट हो सकते हैं। तो हम कहीं भी एकदम, अगर आप 20 डिग्री में बैठे हैं तो एकदम बाहर की तरफ 40 में ना जाइए, बॉडी को थोड़ा एक्यूमुलेटाइज होने के लिए टाइम दीजिए। बिल्कुल सही आपने कहा है। ਇੱਕ ਲਾਸਟ ਇਹਨਾਂ ਦੱਸ ਦਿਓ ਕਿ ਜਿਵੇਂ ਹੁਣ ਆਪਾਂ ਨੇ ਕਾਰ ਦੇ ਵਿੱਚ ਬੈਠਣਾ, ਇਹ ਕਾਰ ਖੜੀ ਹੈ ਬਿਲਕੁਲ ਗਰਮ ਹੈਗੀ ਹੈ, ਤੇ ਇਹਦੇ ਵਿੱਚ ਬੈਠਣਾ ਤਾਂ ਪਹਿਲਾਂ ਕਰਨਾ ਕੀ ਚਾਹੀਦਾ, ਯਾਨੀ कि शीशे खोल देना या टाकी खोल देना? देखिए, थोड़ी देर हम गाड़ी को खोलें और गाड़ी को खोलने के बाद उसके बाद जब हमें लगे कि टेम्परेचर जो है कंफर्टेबल हो गया है, फिर हम बैठें। जल्दीबाजी ना मचाएं। और दूसरा क्या है कि अगर आप छाँव में खड़ी कर सकते हैं तो वो करें। इसीलिए कोशिश करें कि आप बहुत पेड़ लगाएं ताकि आपको फ्यूचर में ठंडी जगह जो है खड़ी करने को मिले। इसके अलावा हम लोगों ने जो गाड़ी बनाने वाले हैं उनको भी रिक्वेस्ट किया है कि वो ऐसे मटेरियल यूज़ करें जिससे जो है जो गाड़ी का थर्मल कंफर्ट है वो इम्प्रूव हो। ਬਿਲਕੁਲ ਕਿਹਾ ਜਾ ਸਕਦਾ ਕਿ ਇੱਕ ਵਾਰ ਫਿਰ ਤੋਂ ਉਹੀ ਗੱਲ ਨਜ਼ਰ ਆਉਂਦੀ ਹੈ ਕਿ ਆਖਿਰਕਾਰ ਜੇ ਅਸੀਂ ਦਰਖਤ ਲਗਾਈਏ ਤਾਂ ਇਹ ਚੀਜ਼ਾਂ ਦੇ ਵਿੱਚ ਬਹੁਤ ਇਤਿਹਾਤ ਤੁਹਾਨੂੰ, ਯਾਨੀ ਕਿ ਤੁਹਾਡੇ ਲਈ ਸੌਖਾ ਹੋ ਜਾਊਗਾ। ਖਾਸ ਤੌਰ ਤੇ ਜੇ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਕਾਰ ਇਸਤੇਮਾਲ ਕਰ ਰਹੇ ਨੇ, ਇਹ ਖਬਰ ਉਹਨਾਂ ਦੇ ਲਈ ਕਿ ਜੇਕਰ ਉਹ ਇੱਕੋ ਲਖਤ ਗਰਮ ਗੱਡੀ ਦੇ ਵਿੱਚ ਬੈਠਦੇ ਨੇ, ਗਰਮ ਕਾਰ ਦੇ ਵਿੱਚ ਬੈਠਦੇ ਨੇ ਤੇ ਜਦੋਂ ਜਾ ਕੇ ਉਹ ਏਸੀ ਨੂੰ ਔਨ ਕਰਦੇ ਨੇ ਤਾਂ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਮਾੜੇ ਪ੍ਰਭਾਵ ਪੈ ਸਕਦੇ ਨੇ। ਇਹ ਚੀਜ਼ਾਂ ਦੀ ਜ਼ਰੂਰਤ ਹੈ ਹੁਣ, ਕਿਉਂਕਿ ਜਿੱਥੇ ਇੱਕ ਪਾਸੇ ਕਰੋਨਾ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਤਾਂ ਇਮਿਊਨਿਟੀ ਵਧਾਉਣਾ ਉਹਦੇ ਵਿੱਚ ਸਭ ਤੋਂ ਵੱਡਾ ਇੱਕ ਦਵਾਈ ਬਣੀ ਗਈ ਹੈ। ਤਾਂ ਜੇਕਰ ਤੁਸੀਂ ਕਿਸੇ ਹੋਰ ਚੀਜ਼ ਤੋਂ ਵੀ ਇਫੈਕਟਡ ਹੁੰਦੇ ਹੋ ਤਾਂ ਕਰੋਨਾ ਦਾ ਖਤਰਾ ਫਿਰ ਵੀ ਵੱਧ ਸਕਦਾ। ਯਾਨੀ ਕਿ ਤੁਸੀਂ ਦਫ਼ਤਰਾਂ ਚੋਂ ਬਾਹਰੋਂ ਕਿਤੋਂ ਜਾਂਦੇ ਹੋ ਤਾਂ ਕਾਰ ਦੇ ਵਿੱਚ ਬੈਠਣ ਨੂੰ ਲੈ ਕੇ ਇੱਕੋ ਵਕਤ ਠੰਡ ਨਾ ਪਾਲੋ, ਕੁਝ ਟਾਈਮ ਇੰਤਜ਼ਾਰ ਜ਼ਰੂਰ ਕਰੋ, ਜਿਹਦੇ ਨਾਲ ਤੁਹਾਡਾ ਟੈਂਪਰੇਚਰ ਵੀ ਸਹੀ ਰਹੇਗਾ, ਤੁਹਾਡੀ ਬੋਡੀ ਵੀ ਸਹੀ ਰਹੇਗੀ, ਸਰੀਰਕ ਵਰਕੋ ਫਿਟ ਰਹੋਗੇ ਤੇ ਜਿਹੜਾ ਏਸੀ ਤੇ ਕਾਰ ਦਾ ਆਨੰਦ ਤੁਸੀਂ ਮਾਰ ਰਹੇ ਹੋ ਇਹ ਲਗਾਤਾਰ ਲੰਬੇ ਸਮੇਂ ਤੱਕ ਮਾਣ ਸਕਦੇ ਹੋ। ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸੁਮਿਤ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਪਹਿਲਾਂ ਕਰੋਨਾ ਤੋਂ ਬਚਣ ਦੇ ਵਾਸਤੇ ਕਈ तमाम ਇਹਤਿਆਤਾਂ ਕਰੀਆਂ ਤਾਂ ਹੁਣ ਜ਼ਰੂਰਤ ਹੈ ਗਰਮੀ ਤੋਂ, ਕਿਉਂਕਿ ਗਰਮੀ ਲਗਾਤਾਰ ਵੱਧ ਰਹੀ ਹੈ। ਗਰਮੀ ਜਿਸ ਤਰ੍ਹਾਂ ਦੇ ਨਾਲ ਟੈਂਪਰੇਚਰ 45 ਡਿਗਰੀ ਜਾਂ ਉਸ ਤੋਂ ਵੀ ਵੱਧ ਦੇ ਜਿਹੜੇ ਅਨੁਮਾਨ ਨੇ ਉਹ ਲਾਤੇ ਨੇ ਮੌਸਮ ਵਿਗਿਆਨੀਆਂ ਨੇ, ਤਾਂ ਹੁਣ ਕੀ ਕੁਝ ਇਹਤਿਆਤਾਂ ਰੱਖਣੀਆਂ ਪੈਣਗੀਆਂ। ਅਸੀਂ ਤੁਹਾਨੂੰ ਸਿੱਧੀ ਜਿਹੀ ਇਹਤਿਆਤ ਇਹ ਦਿਖਾਉਣ ਜਾ ਰਹੇ ਹਾਂ ਕਿ ਆਖਿਰਕਾਰ ਆਮ ਦਿਨਚਰਿਆ ਦੇ ਵਿੱਚ ਹੁੰਦਾ ਕੀ ਹੈ। ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਕਿਸੇ ਕੰਮਕਾਜ ਤੇ ਗਏ ਹੁੰਦੇ ਹਾਂ, ਦਫ਼ਤਰ ਤੇ ਗਏ ਹੁੰਦੇ ਹਾਂ, ਤਾਂ ਕੀ ਹੁੰਦਾ ਕਿ ਜਿਨ੍ਹਾਂ ਲੋਕਾਂ ਕੋਲ ਕਾਰਾਂ ਨੇ, ਇਹ ਖਾਸ ਕਰ ਉਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਜਿਨ੍ਹਾਂ ਕੋਲ ਕਾਰਾਂ ਹੈਗੀਆਂ ਨੇ, ਤੇ ਜਾਂ ਫਿਰ ਜੋ ਲੋਕ ਦਫ਼ਤਰ ਦੇ ਵਿੱਚੋਂ ਨਿਕਲ ਕੇ ਕਿਸੇ ਠੰਡੀ ਥਾਂ ਤੇ ਜਾਣਾ ਚਾਹੁੰਦੇ ਨੇਗੇ, ਜਾਂ ਫਿਰ ਗੱਲ ਕੀਤੀ ਜਾਵੇ ਕਿ ਇਹ ਤੁਹਾਡਾ ਇੱਕ ਸਿਸਟਮ ਬਣ ਚੁੱਕਿਆ ਹੈਗਾ। ਆਮ ਤੌਰ ਤੇ ਹੁੰਦਾ ਕੀ ਹੈ ਕਿ ਜਦੋਂ ਗਰਮੀ ਤੋਂ ਅਸੀਂ ਬਾਹਰ ਆਉਂਦੇ ਹਾਂ ਜਾਂ ਫਿਰ ਆਮ ਕਿਸੇ ਤੋਂ ਪਾਲੀ ਥਾਂ ਤੇ ਜਿਵੇਂ ਕਿ ਹੁਣ ਖੜੇ ਹਾਂ, ਉਸ ਤੋਂ ਬਾਅਦ ਲੋਕ ਕੀ ਕਰਦੇ ਨੇ ਕਿ ਸਿੱਧਾ ਆਪਦੀ ਕਾਰ ਖੋਲ੍ਹਦੇ ਨੇ। ਕਾਰ ਖੋਲ੍ਹ ਕੇ ਜਦੋਂ ਉਸ ਕਾਰ ਸਟਾਰਟ ਕਰਨ ਦੇ ਨਾਲ ਹੀ ਏਸੀ ਦਾ ਬਟਨ ਦਬਦੇ ਨੇ। ਹੁੰਦਾ ਇਹ ਹੈ ਕਿ ਆਖਿਰਕਾਰ ਅਸੀਂ ਇਸ ਗਰਮੀ ਤੋਂ ਰਾਹਤ ਪਾ ਲਈਏ ਜਿਹੜੀ ਕਿ ਲਗਾਤਾਰ ਤਪਸ਼ ਵਧੀ ਹੋਈ ਹੈ, ਪਰ ਉਹਦਾ ਨੁਕਸਾਨ ਕੀ ਕੁਝ ਹੈ, ਕਿੱਡਾ ਵੱਡਾ ਨੁਕਸਾਨ ਇਸ ਚੀਜ਼ ਦਾ ਹੁੰਦਾ ਹੈ। ਡਾਕਟਰ ਰਵਿੰਦਰ ਨੇ ਉਹਨਾਂ ਨੇ ਰਿਸਰਚ ਕੀਤੀ ਹੈ ਇਸ ਪੂਰੇ ਮਸਲੇ ਤੇ ਕਿ ਆਖਿਰਕਾਰ ਕਿੰਨਾ ਜ਼ਿਆਦਾ ਖਤਰਾ ਹੋ ਸਕਦਾ ਤੁਹਾਨੂੰ, ਕਿਉਂਕਿ ਕਿਹੜੇ ਮਰੀਜ਼ਾਂ ਨੂੰ ਖਤਰਾ ਹੋ ਸਕਦਾ। ਇਹ तमाम ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿਉਂਕਿ ਇਹ ਚੀਜ਼ ਹਰ ਕਿਸੇ ਦੇ ਨਾਲ ਜੁੜੀ ਹੈ। ਹੋ ਸਕਦਾ ਕਾਰ ਅੱਜ ਕੱਲ੍ਹ ਇੱਕ ਆਮ ਸਾਧਨ ਬਣ ਚੁੱਕਿਆ ਕਿਤੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਵਾਸਤੇ, ਤੇ ਆਮ ਦਿਨਚਰਿਆ ਦੇ ਵਿੱਚ ਦੇਖਿਆ ਜਾਂਦਾ। ਇਹੀ ਚੀਜ਼ ਕਿੰਨੀ ਜ਼ਿਆਦਾ ਤੁਹਾਡੇ ਵਾਸਤੇ ਹਾਰਮਫੁਲ ਹੋ ਸਕਦੀ ਹੈ। ਡਾਕਟਰ ਰਵਿੰਦਰ ਨੇ, ਡਾਕਟਰ ਸਾਹਿਬ ਦੇਖਿਆ ਜਾਵੇ ਆਮ ਤੌਰ ਤੇ ਹੁੰਦਾ ਹੀ ਹੈ, ਅਸੀਂ ਬਾਹਰੋਂ ਆਉਂਦੇ ਹਾਂ ਜਾਂ ਧੁੱਪੋਂ ਆਉਂਦੇ ਹਾਂ, ਸਿੱਧਾ ਗੱਡੀ ਖੋਲੀ, ਏਸੀ ਦਾ ਬਟਨ ਪਹਿਲਾਂ ਦਬਦੇ ਹਾਂ ਸਟਾਰਟ ਕਰਨ ਸਾਰ ਕਿ ਸਾਨੂੰ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਜੇ। ਪਰ ਇਹ ਕਿਹੜੇ ਮਰੀਜ਼ਾਂ ਵਾਸਤੇ ਤੇ ਕਿਹੜੇ ਜਿਹੜੀਆਂ ਸਾਵਧਾਨੀਆਂ ਨੇ ਕਿਉਂ ਰੱਖਣੀ ਜ਼ਰੂਰੀ ਹੈ ਤੇ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਗੱਡੀ ਦੇ ਵਿੱਚ ਜਾਣ ਲਈ? देखिए, आपने बहुत अच्छा सवाल किया है कि पहली बात ये कि ये हीट वेव का सीजन चल रहा है। हीट वेव हम तब कहते हैं जब टेम्परेचर नॉर्मल से 5 डिग्री ज़्यादा हो और आने वाले कुछ दिन ठहरे, तो उसको हम हीट वेव डिफाइन करते हैं। और टेम्परेचर इस समय अगर हमारे नॉर्थ इंडिया की बात करें तो रफली 40+ डिग्री है, और जैसे कल हमने देखा कि कुछ जगह पर 50 और 48 डिग्री पहुंचा। तो ये जो एक्सट्रीम टेम्परेचर होता है ये हमारे जो बॉडी है उसको अफेक्ट करता है। जैसे इस समय बाहर का तापमान 40 डिग्री है तो गाड़ी का तापमान जो है हमने वो 70 डिग्री तक देखा। यानी कि जब हम सीधा 40 से 70 में बैठ रहे हैं और सडनली हम एसी को ऑन करते हैं तो हमारी जो बॉडी है उसमें फिजियोलॉजिकल चेंजेस आते हैं। तो अगर हम इन चेंजेस की बात करें वो कैसे अफेक्ट करते हैं, तो वो हमारा ब्लड प्रेशर जो है उसको अफेक्ट कर सकते हैं, या हमारी फिजियोलॉजी जो है वो चेंजेस लाते हैं। तो हमें हीट सेंसेशन शुरू हो सकती है, डिहाइड्रेशन शुरू हो सकता है, हीट स्ट्रोक शुरू हो सकता है, क्रैम्प शुरू हो सकते हैं, यानी कि बॉडी में जब मसल होती है उनमें थोड़ा पेन शुरू हो सकता है। तो ये जो है ये हमारे, हम कह सकते हैं कि हीट की वजह से होने वाले जो प्रभाव हैं वो हमें देखने को मिल सकते हैं। ਤੇ ਆਮ ਤੌਰ ਤੇ ਡਾਕਟਰ ਸਾਹਿਬ ਅਸੀਂ ਦੇਖਦੇ ਹਾਂਗੇ ਕਿ ਲੋਕ ਇਹ ਚੀਜ਼ ਸੋਚਣ ਲੱਗ ਜਾਂਦੇ ਨੇ, ਕਿਉਂਕਿ ਪਹਿਲਾਂ ਲੋਕਾਂ ਨੂੰ ਇਹ ਚੀਜ਼ ਪਤਾ ਹੈ ਕਿ ਅਸੀਂ ਕਿਤੇ ਜਿਹਨੂੰ ਦੇਸੀ ਤਰੀਕੇ ਨਾਲ ਕਹੀਏ ਕਿ ਗਰਮ ਸਰਦ ਨਾ ਹੋ ਜਾਈਏ, ਕਿ ਗਰਮੀ ਚੋਂ ਸਰਦੀ 'ਚ ਹੋ ਜਾਈਏ। ਪਰ ਆਮ ਤੌਰ ਤੇ ਲੋਕ ਸੋਚਦੇ ਨੇ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ, ਗੱਡੀ ਖੋਲ੍ਹਦੇ ਨੇ ਵੀ ਮੈਂ ਤਾਂ ਹੋਇਆ ਨਹੀਂ ਬਿਮਾਰ, ਹੋਰ ਕੋਈ ਸ਼ਾਇਦ ਬਿਮਾਰ ਹੋ ਜਾਂਦਾ ਹੋਵੇ, ਕਿਸੇ ਦੇ ਇਫੈਕਟ ਹੁੰਦਾ ਹੋਵੇ। ਕਿ
ਲੋੜ ਹਰ ਇੱਕ ਕਿਸੇ ਨੂੰ ਧਿਆਨ ਰੱਖਣ ਦੀ ਹੈਗੀ ਹੈ। देखिए जैसे ये गर्मी का मौसम है, अगर इसमें सबसे बड़ी बात करें तो इसमें सभी को ध्यान रखने की ज़रूरत है। उसमें चाहे जो लोग बाहर काम कर रहे हैं या लोग जो ऑफिस में भी काम कर रहे हैं, तो दो चीज़ें हैं इसमें। पहली चीज़, जो हीट वेव चल रही है उसमें जो हमारी वनरेबल पॉपुलेशन है, बच्चे हैं, बुजुर्ग हैं, वो दोपहर को बिल्कुल बाहर ना निकलें। जो लोग बाहर काम करते हैं वो छाँव में रहने की कोशिश करें मैक्सिमम। दूसरा क्या है कि जब हम बात करते हैं कि ये जो गाड़ी में हम आए तो गाड़ी का टेम्परेचर काफ़ी ज़्यादा है, काफ़ी ज़्यादा है। तो एक तो आपका अंदर का 65 डिग्री था और आपने 18 पे एसी ऑन किया, तो वो जो एकदम सडन टेम्परेचर चेंजेस हैं वो बॉडी के हम कह सकते हैं कि फिजियोलॉजिकल चेंजेस लाता है एंड विच कैन लीड टू सीवियर हेल्थ इफेक्ट आल्सो। तो इस पर अभी स्टडी चल रही है, लेकिन ये जो चेंजेस